ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪਟਵਾਰੀ ਦਾ ਐਗਜ਼ਾਮ ਰਿਲੀਜ਼ ਹੋ ਚੁੱਕਿਆ ਹੈ, ਜਿਸ ਦੇ ਵਿੱਚ 10 ਨੰਬਰ ਦਾ ਪਾਰਟ ਐਗਰੀਕਲਚਰ ਦਾ ਆਉਣਾ ਹੈ। ਜਿਵੇਂ ਕਿ ਪਹਿਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਵੀਟ ਪਾਰਟ ਨੰਬਰ 1। ਅੱਜ ਵੀਟ ਪਾਰਟ ਨੰਬਰ 2 ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਫੀਲਡ ਦੀ ਪ੍ਰਿਪਰੇਸ਼ਨ ਕਿਵੇਂ ਕਰਨੀ ਹੈ। ਆਫਟਰ ਪੈਡੀ, ਝੋਨੇ ਤੋਂ ਬਾਅਦ ਜਾਂ ਫਿਰ ਕਿਸੇ ਹੋਰ ਕ੍ਰੌਪ ਤੋਂ ਬਾਅਦ ਆਪਾਂ ਫੀਲਡ ਦੀ ਕਿੱਦਾਂ ਪ੍ਰਿਪਰੇਸ਼ਨ ਕਰਨੀ ਹੈ। ਪਹਿਲਾਂ ਤਾਂ ਆਪਾਂ ਪੈਡੀ ਸਟਾਰ ਨੂੰ ਰਿਟੇਨ ਕਰ ਸਕਦੇ ਹਾਂ ਜਾਂ ਪੈਡੀ ਸਟਾਰ ਨੂੰ ਰਿਮੂਵ ਕਰ ਸਕਦੇ ਹਾਂ। ਪੈਡੀ ਸਟਾਰ ਨੂੰ ਰਿਟੇਨ ਕਿਵੇਂ ਕੀਤਾ ਜਾ ਸਕਦਾ ਹੈ। ਵੈਨ ਪੈਡੀ ਇਜ਼ ਹਾਰਵੈਸਟਡ ਵਿਦ ਕੰਬਾਈਨ, ਦ ਲੈਫਟ ਓਵਰ ਕੈਨ ਬੀ ਮੈਨੇਜ ਯੂਜ਼ਿੰਗ ਟੈਕਨੀਕਸ। ਕਿਹੜੀਆਂ ਟੈਕਨੀਕਸ ਹਨ, ਜਿਵੇਂ ਪੈਡੀ ਸਟਾਰ ਚੋਪਰ ਕਮ ਸਪਰੈਡਰ, ਇਹ ਵਾਲੀ ਮਸ਼ੀਨ ਯੂਜ਼ ਕਰਕੇ ਇਹ ਕੀ ਕਰਦੀ ਹੈ, ਪੈਡੀ ਸਟਾਰ ਨੂੰ ਪਹਿਲਾਂ ਤਾਂ ਕੱਟ ਕਰਦੀ ਹੈ, ਉਸ ਤੋਂ ਬਾਅਦ ਫੀਲਡ ਦੇ ਵਿੱਚ ਇਸ ਨੂੰ ਸਪਰੈਡ ਕਰ ਦਿੰਦੀ ਹੈ। ਉਸ ਤੋਂ ਬਾਅਦ ਆਪਾਂ ਜੋ ਵੀ ਪੀਸ ਬਚੇ ਆ ਸਟਰਾ ਦੇ, ਉਸ ਨੂੰ ਮਿਕਸ ਕਰ ਦਿੱਤਾ ਜਾਂਦਾ ਸੋਇਲ ਦੇ ਵਿੱਚ ਬਾਏ ਮਕੈਨੀਕਲ ਆਪਰੇਸ਼ਨ ਨਾਲ। ਇਸੇ ਤਰ੍ਹਾਂ ਹੈਪੀ ਸੀਡਰ ਜਾਂ ਸੁਪਰ ਸੀਡਰ, ਇਸ ਦੇ ਵਿੱਚ ਵੀਟ ਦੀ ਸੋਇੰਗ ਕੀਤੀ ਜਾਂਦੀ ਹੈ। ਇਨ ਦੀ ਸਟੈਂਡਿੰਗ ਸਟਬਲ ਦੇ ਵਿੱਚ ਹੀ ਵੀਟ ਦੀ ਸੋਇੰਗ ਕਰ ਦਿੱਤੀ ਜਾਂਦੀ ਹੈ। ਇਨਕਾਰਪੋਰੇਸ਼ਨ ਆਫ ਪੈਡੀ ਸਟਰਾ ਔਰ ਇਟਸ ਰਿਟੈਂਸ਼ਨ ਥਰੂ ਹੈਪੀ ਸੀਡਰ ਮੋਰ ਦੈਨ 3 years, ਜੇਕਰ ਆਪਾਂ 3 ਸਾਲ ਤੋਂ ਜ਼ਿਆਦਾ ਇਨਕਾਰਪੋਰੇਟ ਜਾਂ ਰਿਟੇਨ ਕਰਕੇ ਰੱਖਦੇ ਹਾਂ ਪੈਡੀ ਸਟਰਾ ਨੂੰ ਹੈਪੀ ਸੀਡਰ ਦੇ ਥਰੂ, ਇਹਦੇ ਨਾਲ ਆਪਾਂ ਨੂੰ ਕੀ ਫਾਇਦੇ ਹੁੰਦੇ ਆ। ਹੈਲਪਸ ਇਨ ਇਨਕਰੀਜ਼ਿੰਗ ਦੀ ਵੀਟ ਪ੍ਰੋਡਕਟਿਵਿਟੀ, ਇੰਪਰੂਵ ਸੋਇਲ ਹੈਲਥ ਦੇ ਨਾਲ ਵੀਟ ਦੀ ਪ੍ਰੋਡਕਟਿਵਿਟੀ ਵੀ ਇਨਕਰੀਜ਼ ਹੁੰਦੀ ਹੈ। ਫਰੋਮ ਦੀ 4th year onward, 4 ਸਾਲਾਂ ਬਾਅਦ ਕੀ ਹੁੰਦਾ ਹੈ, 20 ਕਿਲੋ ਯੂਰੀਆ ਕੈਨ ਬੀ ਸੇਵਡ ਪਰ ਏਕੜ। 1 ਕਿੱਲੇ ਪਿੱਛੇ ਆਪਾਂ 20 ਕਿਲੋ ਯੂਰੀਆ ਸੇਵ ਕਰ ਸਕਦੇ ਹਾਂ। ਇਸੇ ਤਰ੍ਹਾਂ ਪੈਡੀ ਸਟਰਾ ਨੂੰ ਰਿਮੂਵ ਕਿੱਦਾਂ ਕੀਤਾ ਜਾਂਦਾ ਹੈ, ਸਟਬਲ ਸ਼ੇਵਰ ਐਂਡ ਸਟਬਲ ਬੇਲਰ ਮਸ਼ੀਨ ਦੇ ਨਾਲ। ਸਟਬਲ ਸ਼ੇਵਰ ਕੀ ਕਰਦਾ ਹੈ, ਇਹਨੂੰ ਸਮਾਲ ਪੀਸਿਸ ਦੇ ਵਿੱਚ ਪੈਡੀ ਸਟਰਾ ਨੂੰ ਕੱਟ ਕਰ ਦਿੰਦਾ ਹੈ। ਉਸ ਤੋਂ ਬਾਅਦ ਸਟਰਾ ਬੇਲਰ ਇਸ ਨੂੰ ਕਲੈਕਟ ਕਰ ਲੈਂਦਾ ਹੈ ਤੇ ਬੇਲ ਦੇ ਵਿੱਚ ਕੰਪਰੈਸ ਕਰ ਦਿੰਦਾ ਹੈ। ਸਟਰਾ ਬੇਲਰ ਕਲੈਕਟਸ ਦੀ ਸਟਰਾ ਐਂਡ ਕੰਪਰੈਸਸ ਇਟ ਇਨ ਦੀ ਫਾਰਮ ਆਫ ਬੇਲਸ। ਆਫਟਰ ਅਦਰ ਕ੍ਰੌਪ, ਕਿਸੇ ਹੋਰ ਕ੍ਰੌਪ ਤੋਂ ਬਾਅਦ ਆਪਾਂ ਕਿਸ ਤਰ੍ਹਾਂ ਫੀਲਡ ਦੀ ਪ੍ਰਿਪਰੇਸ਼ਨ ਕਰਨੀ ਹੈ। ਆਫਟਰ ਪ੍ਰੀ ਸੋਇੰਗ ਇਰੀਗੇਸ਼ਨ, ਮਤਲਬ ਰੋਣੀ ਤੋਂ ਬਾਅਦ ਗਿਵ 2 ਕਲਟੀਵੇਸ਼ਨ ਔਰ ਪਲੋਇੰਗ ਫੋਲੋਡ ਬਾਈ ਪਲੈਂਕਿੰਗ। 2 ਵਾਰੀ ਹਲ ਮਾਰ ਕੇ ਉਸ ਤੋਂ ਬਾਅਦ ਸੁਹਾਗਾ ਮਾਰ ਦਿਓ। ਟਰੈਕਟਰ ਡਰਾਊਨ ਕਲਟੀਵੇਟਰ ਵਿਦ ਪਲਵਰਾਈਜ਼ਿੰਗ ਰੋਲਰ ਕਮ ਪਡਲਰ ਕੈਨ ਆਲਸੋ ਬੀ ਯੂਜ਼ਡ ਫਾਰ ਪ੍ਰਪੇਅਰਿੰਗ ਦੀ ਡਰਾਈ ਸੀਡ ਬੈਡ। ਓਪਟੀਮਮ ਸੋਇੰਗ ਟਾਈਮ ਦੀ ਗੱਲ ਕਰਦੇ ਹਾਂ। ਫਸਟ ਫੋਰਟਨਾਈਟ ਆਫ ਨਵੰਬਰ ਦਾ ਪਹਿਲਾ 15ਵਾੜਾ ਬਹੁਤ ਹੀ ਸੁਟੇਬਲ ਟਾਈਮ ਹੈ ਵੀਟ ਦੀ ਸੋਇੰਗ ਦੇ ਲਈ। ਡਿਲੇ ਦੀ ਸੋਇੰਗ ਫਾਰ 1 week ਫਰੋਮ ਦੀ ਓਪਟੀਮਮ ਸੋਇੰਗ ਟਾਈਮ, ਜੇਕਰ ਓਪਟੀਮਮ ਸੋਇੰਗ ਟਾਈਮ ਤੋਂ ਜੇਕਰ ਆਪਾਂ 1 ਹਫ਼ਤਾ ਵੀ ਡਿਲੇ ਕਰ ਦਿੰਦੇ ਆ ਸੋਇੰਗ, ਤਾਂ ਉਹਦੇ ਨਾਲ ਵੀਟ ਯੀਲਡ ਰਿਡਕਸ਼ਨ ਹੋ ਜਾਂਦੀ ਹੈ 1.5 ਕੁਇੰਟਲ ਪਰ ਏਕੜ। 1 ਕਿੱਲੇ ਦੇ ਪਿੱਛੇ 1.5 ਕੁਇੰਟਲ ਯੀਲਡ ਘੱਟ ਜਾਂਦਾ ਜੇਕਰ ਆਪਾਂ 1 ਹਫ਼ਤਾ ਡਿਲੇ ਕਰ ਦਈਏ ਸੋਇੰਗ ਵੀਟ ਦੀ। ਇਸੇ ਤਰ੍ਹਾਂ ਸੋਇੰਗ ਪੀਰੀਅਡ ਅਲੱਗ-ਅਲੱਗ ਵੈਰਾਈਟੀ ਦੇ ਅਲੱਗ-ਅਲੱਗ ਟਾਈਮ ਤੇ ਆਪਾਂ ਸੋਇੰਗ ਕਰਦੇ ਹਾਂ। ਫਰੋਮ ਦੀ 4th week of October to 4th week of ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਉन्नत PVW 343, PVW 1 ਜ਼ਿੰਕ, PVW 725 ਤੇ PVW 677 ਜਿਹੜੀਆਂ ਕਿ ਪੋਪੂਲਰ ਪਲਾਂਟੇਸ਼ਨ ਦੇ ਅੰਡਰ ਸੁਟੇਬਲ ਹਨ, ਜੋ ਕਿ ਆਪਾਂ ਕੱਲ ਵੀ ਡਿਸਕਸ ਕਰ ਚੁੱਕੇ ਸੀ। ਇਹ ਵਾਲੇ ਕੁਐਸਚਨ ਜਿਹੜੀਆਂ ਵੈਰਾਈਟੀਆਂ ਪੋਪੂਲਰ ਪਲਾਂਟੇਸ਼ਨ ਦੇ ਅੰਡਰ ਸੁਟੇਬਲ ਹਨ, ਇਹ ADO ਐਗਜ਼ਾਮ ਦੇ ਵਿੱਚ ਵੀ ਆਏ ਸੀ, ਜੋ ਕਿ ਮਾਰਚ 2020 ਦੇ ਵਿੱਚ ਹੋਏ ਸੀ। ਇਸੇ ਤਰ੍ਹਾਂ HD 3086 WH 1105, HD 2967 ਜੋ ਕਿ ਆਪਾਂ ਕੱਲ ਡਿਸਕਸ ਕਰ ਚੁੱਕੇ ਸੀ। ਇਹਨੂੰ ਸਬ ਮਾਊਂਟੇਨਸ ਜ਼ੋਨ, ਪੰਜਾਬ ਦੇ ਜਿਹੜੇ ਸਬ ਮਾਊਂਟੇਨਸ ਜ਼ੋਨ ਹੈ ਉਹਨਾਂ ਵਿੱਚ ਅਵੋਇਡ ਕੀਤਾ ਜਾਂਦਾ ਇਹਦੀ ਕਲਟੀਵੇਸ਼ਨ, ਕਿਉਂਕਿ ਉੱਥੇ ਯੈਲੋ ਰਸਟ ਬਹੁਤ ਜ਼ਿਆਦਾ ਹੁੰਦੀ ਹੈ। ਗੱਲ ਕਰੀਏ ਵਡਾਣਾ ਕਣਕਾਂ ਦੀ, WHD 943 ਤੇ PDW 291। ਅਕਤੂਬਰ ਦੇ ਚੌਥੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਇਹਦੀ ਬਿਜਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਉन्नत PVW 550 ਜੋ ਕਿ ਆਪਾਂ ਕੱਲ ਡਿਸਕਸ ਕੀਤਾ ਸੀ, ਇਹਦਾ ਵੀ 45 ਕਿਲੋ ਪੈਂਦਾ ਬਾਕੀਆਂ ਮੁਕਾਬਲੇ। ਇਹਨੂੰ 2nd week of November to 4th week of November, ਮਤਲਬ ਨਵੰਬਰ ਦੇ ਮਹੀਨੇ ਦੂਜੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਚੌਥੇ ਹਫ਼ਤੇ ਤੱਕ ਇਸ ਦੀ ਬਿਜਾਈ ਕੀਤੀ ਜਾਂਦੀ ਹੈ। ਅੰਡਰ ਲੇਟ ਸਾਊਂਡ ਇਰੀਗੇਟਡ ਕੰਡੀਸ਼ਨ, 2 ਵੈਰਾਈਟੀਆਂ ਤੁਹਾਨੂੰ ਮੈਂ ਕੱਲ ਵੀ ਜਿਵੇਂ ਦੱਸੀਆਂ ਸੀ, PVW 752 ਤੇ PVW 658। ਆਫਟਰ 4th week of November ਦੇ ਚੌਥੇ ਹਫ਼ਤੇ ਤੋਂ ਬਾਅਦ ਇਹਨਾਂ ਦੀ ਸੋਇੰਗ ਕੀਤੀ ਜਾਂਦੀ ਹੈ। ਸੀਡ ਰੇਟ ਦੀ ਗੱਲ ਕਰੀਏ,
ਜਿਵੇਂ ਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ 40 ਕਿਲੋ ਸੀਡ ਯੂਜ਼ ਹੁੰਦਾ ਫਾਰ 올 ਵੀਟ ਵੈਰਾਈਟੀ ਐਕਸੈਪਟ PBW 550 ਤੇ ਉन्नत PBW 550। ਇਹਨਾਂ ਨੂੰ ਛੱਡ ਕੇ ਬਾਕੀ ਸਾਰੀ ਵੈਰਾਈਟੀਆਂ ਦੇ ਵਿੱਚ 40 ਕਿਲੋ ਸੀਡ ਯੂਜ਼ ਹੁੰਦਾ ਹੈ ਵੀਟ ਦੀ ਵੈਰਾਈਟੀ ਦੇ ਵਿੱਚ। ਇਹਨਾਂ ਦੇ ਵਿੱਚ 45 ਕਿਲੋ ਸੀਡ ਯੂਜ਼ ਹੁੰਦਾ। ਇਹਦੇ ਵਿੱਚ ਜ਼ਿਆਦਾ ਸੀਡ ਰੇਟ ਕਿਉਂ ਯੂਜ਼ ਹੁੰਦਾ? ਕਿਉਂਕਿ ਇਹਦੀ ਜਿਹੜੀ ਟਿਲਰਿੰਗ ਹੈ ਵੈਰਾਈਟੀ ਦੀ ਉਹ ਘੱਟ ਹੁੰਦੀ ਹੈ। ਤੇ 16 ਕਿਲੋ ਸੀਡ ਯੂਜ਼ ਹੁੰਦਾ ਵੈਨ ਇੰਟਰਕ੍ਰੌਪਡ ਇਨ ਆਟਮਨ ਸ਼ੂਗਰ ਕੇਨ ਦੇ ਵਿੱਚ ਜਦੋਂ ਆਪਾਂ ਇਹਨੂੰ ਇੰਟਰਕ੍ਰੌਪਡ ਕਰਦੇ ਹਾਂ। ਤੇ 30 ਕਿਲੋ ਸੀਡ ਰੇਟ ਯੂਜ਼ ਹੁੰਦਾ ਹੈ ਜਦੋਂ ਆਪਾਂ ਰੇਜ਼ਡ ਬੈੱਡ ਸੋਇੰਗ ਕਰਦੇ ਹਾਂ। ਇਹ ਮੈਥਡ ਹੈ ਸੋਇੰਗ ਦਾ ਜੋ ਕਿ ਆਪਾਂ ਅੱਗੇ ਡਿਸਕਸ ਕਰਾਂਗੇ। ਇਸੇ ਤਰ੍ਹਾਂ 55 ਤੋਂ 60 ਕਿਲੋ ਸੀਡ ਯੂਜ਼ ਹੁੰਦਾ ਇਨ ਸਟੈਂਡਿੰਗ ਰਾਈਸ ਜਾਂ ਬਾਸਮਤੀ ਰਾਈਸ ਦੇ ਵਿੱਚ ਜਦੋਂ ਆਪਾਂ ਵੀਟ ਨੂੰ ਸਟੋਰ ਕਰਦੇ ਹਾਂ। ਇਹ ਵੀ ਜਿਹੜਾ ਕੁਐਸਚਨ ਹੈ ਇਹ ਏਡੀਓ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ। ਉਹਨਾਂ ਨੇ ਪੁੱਛਿਆ ਸੀ ਕਿ ਸਟੈਂਡਿੰਗ ਰਾਈਸ ਜਾਂ ਬਾਸਮਤੀ ਦੇ ਵਿੱਚ ਵੀਟ ਦਾ ਕਿੰਨਾ ਸੀਡ ਰੇਟ ਯੂਜ਼ ਹੁੰਦਾ ਹੈ ਤੇ ਇਹਦਾ ਆਨਸਰ 55 ਤੋਂ 60 ਕਿਲੋ ਸੀ। ਗੱਲ ਕਰਦੇ ਹਾਂ ਸੀਡ ਟ੍ਰੀਟਮੈਂਟ ਦੀ ਫਾਰ ਟਰਮਾਈਟ ਕੰਟਰੋਲ। ਟਰਮਾਈਟ ਦੇ ਕੰਟਰੋਲ ਦੇ ਲਈ 1 ਗ੍ਰਾਮ ਕਰੂਜ਼ਰ ਥਾਇਓਮੈਥੈਕਸਮ ਜਾਂ 2 ml ਨਿਊਨਿਕਸ ਇਮੀਡਾਕਲੋਪ੍ਰਿਡ ਪਲੱਸ ਹੈਗਜ਼ਾਕੋਨਾਜ਼ੋਲ ਜਿਹਦਾ ਸਾਲਟ ਹੈ ਜਾਂ ਫਿਰ 400 ml ਕਲੋਰੋਪਾਈਰੀਫੋਸ 1 ਕਿਲੋ ਸੀਡ ਦੇ ਪਿੱਛੇ ਆਪਾਂ ਇਹਨਾਂ ਨੂੰ ਮਿਕਸ ਕਰਕੇ ਡਰਾਈ ਕਰ ਲੈਂਦੇ ਹਾਂ ਸ਼ੇਡ ਦੇ ਵਿੱਚ ਤੇ ਉਸ ਤੋਂ ਬਾਅਦ ਸੋਕ ਕਰ ਦਿੰਦੇ ਹਾਂ। ਫਾਰ ਲੂਸ ਸਮਟ ਤੇ ਫਲੈਕਸ ਸਮਟ ਡਿਜ਼ੀਜ਼ ਦੀ ਗੱਲ ਕਰੀਏ ਇਹਨਾਂ ਦੇ ਕੰਟਰੋਲ ਦੇ ਲਈ ਟ੍ਰੀਟ ਕਰਦੇ ਹਾਂ ਸੀਡ ਨੂੰ 40 ਕਿਲੋ ਸੀਡ ਨੂੰ 13 ml ਰੈਗਜ਼ਿਲ ਈਜ਼ੀ ਟੈਬੂਕੋਨਾਜ਼ੋਲ ਬਾਈ ਡਿਜ਼ੋਲਵਿੰਗ ਇਨ 400 ml ਵਾਟਰ 400 ml ਪਾਣੀ ਦੇ ਵਿੱਚ ਡਿਜ਼ੋਲਵ ਕਰਕੇ ਜਾਂ ਫਿਰ 120 ਗ੍ਰਾਮ ਬੀਟਾਵੈਕਸ ਪਾਵਰ ਕਾਰਬੋਕਸਿਨ ਪਲੱਸ ਟੈਟਰਾਮਿਥਾਈਲ ਥਾਇਰੀਅਮ ਡਾਈਸਲਫਾਈਡ ਨੂੰ ਦਿੱਤੀ ਕੁਆਂਟੀਟੀ ਨਾਲ ਮਿਕਸ ਕਰਕੇ ਬੀਜ ਨੂੰ ਉਸ ਤੋਂ ਬਾਅਦ ਇਮੀਡੀਏਟਲੀ ਸੋ ਕਰ ਦਿੱਤਾ ਜਾਂਦਾ ਹੈ ਡਰਾਈ ਕਰਨ ਤੋਂ ਬਾਅਦ ਸ਼ੇਡ ਦੇ ਵਿੱਚ। ਫਾਰ ਸੀਡ ਇਨੋਕੂਲੇਸ਼ਨ ਸੀਡ ਇਨੋਕੂਲੇਸ਼ਨ ਇੱਕ ਤਾਂ ਸੀਡ ਦੀ ਜਰਮੀਨੇਸ਼ਨ ਵਧਾਉਂਦਾ ਹੈ ਤੇ ਜੋ ਵੀ ਰਿਕਮੈਂਡਡ ਕੁਆਂਟੀਟੀ ਦਾ ਸੀਡ ਹੁੰਦਾ ਹੈ ਉਹਨੂੰ 500 ਗ੍ਰਾਮ ਕੰਸੋਰਟੀਅਮ ਜਾਂ 250 ਗ੍ਰਾਮ ਈਚ ਆਫ ਅਜ਼ੋਟੋਬੈਕਟਰ ਸਟੈਪਟੋਮਾਈਸਿਸ ਬਾਇਓ ਫਰਟੀਲਾਈਜ਼ਰ ਤੇ 1 ਲੀਟਰ ਪਾਣੀ ਦੇ ਵਿੱਚ ਉਹਨੂੰ ਮਿਕਸ ਕਰਕੇ ਪੁੱਕਾ ਫਲੋਰ ਦੇ ਉੱਪਰ ਸੀਡ ਦੀ ਇਨੋਕੂਲੇਸ਼ਨ ਕੀਤੀ ਜਾਂਦੀ ਹੈ। ਉਸ ਤੋਂ ਇਮੀਡੀਏਟਲੀ ਡਰਾਈ ਕਰਕੇ ਸ਼ੇਡ ਦੇ ਵਿੱਚ ਸੋ ਕਰ ਦਿੱਤਾ ਜਾਂਦਾ ਸੀਡ ਨੂੰ। ਸੋਇੰਗ ਮੈਥਡ ਤੇ ਸਪੇਸਿੰਗ ਦੀ ਗੱਲ ਕਰੀਏ ਕਨਵੈਨਸ਼ਨਲ ਸੋਇੰਗ ਜੋ ਕਿ ਬਹੁਤ ਪੁਰਾਣਾ ਮੈਥਡ ਹੈ ਸੀਡ ਕਮ ਫਰਟੀਲਾਈਜ਼ਰ ਡਰਿਲ ਦੀ ਹੈਲਪ ਦੇ ਨਾਲ ਸੋਇੰਗ ਕੀਤੀ ਜਾਂਦੀ ਹੈ ਵੀਟ ਦੀ। ਵੀਟ ਦਾ ਸੀਡ 4 ਤੋਂ 6 ਸੈਂਟੀਮੀਟਰ ਡੈਪਥ ਦੇ ਵਿੱਚ ਤੇ ਸਪੇਸਿੰਗ ਰੱਖੀ ਜਾਂਦੀ ਹੈ ਬਿਟਵੀਨ ਰੋ 15 ਤੋਂ 20 ਸੈਂਟੀਮੀਟਰ। ਅੰਡਰ ਲੇਟ ਸਾਊਂਡ ਕੰਡੀਸ਼ਨ ਦੇ ਵਿੱਚ ਜਿਹੜੀ ਰੋ ਸਪੇਸ ਹੈ ਉਹ ਘਟਾ ਕੇ 15 ਸੈਂਟੀਮੀਟਰ ਰੱਖੀ ਜਾਂਦੀ ਹੈ। ਲੱਕੀ ਸੀਡ ਡਰਿਲ ਦੇ ਨਾਲ ਵੀ ਸੋਇੰਗ ਕਰ ਸਕਦੇ ਹਾਂ। ਸੋਇੰਗ ਆਫ ਵੀਟ ਅਲੋਂਗ ਵਿਦ ਐਪਲੀਕੇਸ਼ਨ ਆਫ ਪ੍ਰੀ ਐਮਰਜੈਂਸ ਹਰਬੀਸਾਈਡ ਸੋਇੰਗ ਕਰ ਦਿੰਦੇ ਆ ਵੀਟ ਦੀ ਅਲੋਂਗ ਵਿਦ ਐਪਲੀਕੇਸ਼ਨ ਆਫ ਪ੍ਰੀ ਐਮਰਜੈਂਸ ਹਰਬੀਸਾਈਡ ਐਪਲੀਕੇਸ਼ਨ ਦੇ ਨਾਲ। ਪ੍ਰੀ ਐਮਰਜੈਂਸ ਹਰਬੀਸਾਈਡ ਹੁਣ ਕਿਹੜੇ ਹੁੰਦੇ ਆ? ਜਿਹੜੇ ਹਰਬੀਸਾਈਡ ਵੀਟ ਦੇ ਇਮਰਜ ਹੋਣ ਤੋਂ ਪਹਿਲਾਂ ਅਪਲਾਈ ਕੀਤੇ ਜਾਂਦੇ ਆ। ਐਗਜ਼ਾਮਪਲ ਦੇ ਤੌਰ ਤੇ 1.5 ਲੀਟਰ ਸਟਾਕ ਪੈਂਡੀਮੈਥਲਿਨ ਯੂਜ਼ ਕੀਤੀ ਜਾਂਦੀ ਹੈ ਵਿਦਿਨ 24 ਆਵਰ ਆਫ ਸੋਇੰਗ ਮਤਲਬ 24 ਘੰਟੇ ਦੇ ਵਿੱਚ ਅਪਲਾਈ ਕੀਤੀ ਜਾਂਦੀ ਹੈ। ਇਹਨੂੰ ਪ੍ਰੀ ਐਮਰਜੈਂਸ ਹਰਬੀਸਾਈਡ ਕਹਿੰਦੇ। ਸੀਡ ਸੋਕਿੰਗ ਫਾਰ ਹਾਸਨਿੰਗ ਦੀ ਐਮਰਜੈਂਸ ਆਫ ਲੇਟ ਸਾਊਂਡ ਵੀਟ ਸੀਡ ਸੋਕਿੰਗ ਸੀਡ ਨੂੰ ਭਿਓਇਆ ਜਾਂਦਾ ਹੈ 4 ਤੋਂ 6 ਘੰਟਿਆਂ ਲਈ ਪਾਣੀ ਦੇ ਵਿੱਚ। ਉਸ ਤੋਂ ਬਾਅਦ ਸਪਰੈਡ ਕੀਤਾ ਜਾਂਦਾ ਇੱਕ ਥਿਨ ਲੇਅਰ ਦੇ ਵਿੱਚ। ਸੋ ਇਟ ਆਫਟਰ 24 ਆਵਰ ਮੇਕਿੰਗ ਦੀ ਨੈਸੈਸਰੀ ਐਡਜਸਟਮੈਂਟ ਇਨ ਦੀ ਸੀਡ ਡਰਿਲ। ਉਸ ਤੋਂ 24 ਘੰਟਿਆਂ ਬਾਅਦ ਸੀਡ ਨੂੰ ਸੋ ਕਰ ਦਿੱਤਾ ਜਾਂਦਾ ਹੈ। ਬਾਈ ਡਾਇਰੈਕਸ਼ਨਲ ਸੋਇੰਗ ਦੀ ਗੱਲ ਕਰੀਏ ਜਿਵੇਂ ਕਿ ਨਾਂ ਤੋਂ ਹੀ ਸਿੱਧਾ ਸਪਸ਼ਟ ਹੋ ਰਿਹਾ ਹੈ ਇਹਦੀ ਜਿਹੜੀ 2 ਡਾਇਰੈਕਸ਼ਨ ਦੇ ਵਿੱਚ ਸੋਇੰਗ ਕੀਤੀ ਜਾਂਦੀ ਹੈ। ਇਸ ਦੀ ਡੈਪਥ ਜਿਹੜੀ ਹੈ ਸੀਡ ਦੀ 4 ਸੈਂਟੀਮੀਟਰ ਰੱਖੀ ਜਾਂਦੀ ਹੈ ਤੇ ਰੋ ਸਪੇਸ 20 ਸੈਂਟੀਮੀਟਰ ਜਦਕਿ ਕਨਵੈਨਸ਼ਨਲ ਸੋਇੰਗ ਦੇ ਵਿੱਚ 4 ਤੋਂ 6 ਸੈਂਟੀਮੀਟਰ ਡੈਪਥ ਹੁੰਦੀ ਸੀ ਤੇ ਰੋ ਸਪੇਸ 15 ਤੋਂ 20 ਸੈਂਟੀਮੀਟਰ ਸੀ। ਇਸ ਦੇ ਵਿੱਚ ਕੀ ਹੁੰਦਾ ਜਿਹੜਾ ਵੀ ਰਿਕਮੈਂਡਡ ਕੁਆਂਟੀਟੀ ਦਾ ਸੀਡ ਜਾਂ ਫਰਟੀਲਾਈਜ਼ਰ ਹੈ ਉਹਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਪਹਿਲਾਂ ਸੋ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਬਚਿਆ ਸੀਡ ਤੇ ਫਰਟੀਲਾਈਜ਼ਰ ਹੈ ਉਹਨੂੰ ਦੂਜੇ ਡਾਇਰੈਕਸ਼ਨ ਦੇ ਵਿੱਚ ਅਪਲਾਈ ਕੀਤਾ ਜਾਂਦਾ ਹੈ। ਇਹਦਾ ਬੈਨੀਫਿਟ ਕੀ ਹੈ? The last plowing in the preparatory tillage can be dispensed to reduce extra cost involved in double sowing. ਐਕਸਟਰਾ ਕੋਸਟ ਰਿਡਿਊਸ ਕਰਕੇ ਜਿਹੜੀ ਲਾਸਟ ਪਲੋਇੰਗ ਹੁੰਦੀ ਹੈ ਪ੍ਰੈਪਰੇਟਰੀ ਟਿਲੇਜ ਦੇ ਵਿੱਚ ਉਹ ਡਿਸਪੈਂਸ ਕਰ ਦਿੱਤੀ ਜਾਂਦੀ ਹੈ। ਰੇਜ਼ਡ ਬੈੱਡ ਸੋਇੰਗ ਦੀ ਗੱਲ ਕਰੀਏ ਵਿਦ ਦੀ ਹੈਲਪ ਆਫ ਬੈੱਡ ਪਲਾਂਟਰ ਯੂਜ਼ਿੰਗ 30 kg ਸੀਡ ਪਰ ਏਕੜ 2 row of wheat can be sown 20 cm apart on 37.5 cm wide bed with 30 cm wide furrow between two beds। ਮਤਲਬ ਕਹਿਣ ਦਾ ਕਿ 37.5 ਸੈਂਟੀਮੀਟਰ ਦਾ ਬੈੱਡ 37.5 ਸੈਂਟੀਮੀਟਰ ਦੇ ਬੈੱਡ ਦੇ ਵਿੱਚ 30 ਸੈਂਟੀਮੀਟਰ ਦੀ ਫਰੋ 2 ਬੈੱਡ ਦੇ ਵਿਚਾਲੇ 30 ਸੈਂਟੀਮੀਟਰ ਦੀ ਫਰੋ
ਤੇ 2 ਰੋਆਂ ਲਾਈ ਜਾਂਦੀਆਂ ਵੀਟ ਦੀਆਂ 20 ਸੈਂਟੀਮੀਟਰ ਦੀ ਡਿਸਟੈਂਸ ਦੇ ਵਿੱਚ। ਜੇ ਗੱਲ ਕਰੀਏ ਤਾਂ ਬੈਨੀਫਿਟ ਦੀ, ਬੈਨੀਫੀਸ਼ੀਅਲੀ ਅੰਡਰ ਮੀਡੀਅਮ ਟੂ ਹੈਵੀ ਟੈਕਸਚਰ ਐਂਡ ਵਾਟਰਲੋਗ ਸੋਇਲ। ਜ਼ੀਰੋ ਟਿਲੇ ਸੋਇੰਗ। ਜ਼ੀਰੋ ਟਿਲੇ ਸੋਇੰਗ ਦੇ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਕਿ ਇਹਦੇ ਵਿੱਚ ਕੋਈ ਟਿਲੇਜ ਵਗੈਰਾ ਨਹੀਂ ਕੀਤੀ ਜਾਂਦੀ। ਵਿਦਆਊਟ ਐਨੀ ਪ੍ਰੈਪਰੇਟਰੀ ਟਿਲੇਜ ਤੋਂ ਵੀਟ ਦੀ ਸੋਇੰਗ ਕੀਤੀ ਜਾਂਦੀ ਹੈ। ਇਹਦੇ ਵਿੱਚ ਇੱਕ ਵੀਡ ਇਨਫੈਸਟੇਸ਼ਨ ਦੀ ਪ੍ਰੋਬਲਮ ਜ਼ਰੂਰ ਆਉਂਦੀ ਹੈ। ਇਨ ਵੀਡ ਇਨਫੈਸਟਡ ਫੀਲਡ ਸਪਰੇ 500 ml ਗ੍ਰਾਮੈਕਸੋਨ ਪੈਰਾਕੁਆਟ ਇਨ 200 ਲੀਟਰ ਵਾਟਰ ਪਰ ਏਕੜ ਬਿਫੋਰ ਸੋਇੰਗ ਟੂ ਕੰਟਰੋਲ ਵੀਡ। ਸੋਇੰਗ ਕਰਨ ਤੋਂ ਪਹਿਲਾਂ 500 ml ਗ੍ਰਾਮੈਕਸੋਨ ਨੂੰ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਦੇਣੀ ਚਾਹੀਦੀ ਹੈ ਵੀਟ ਦੇ ਕੰਟਰੋਲ ਦੇ ਲਈ। ਗੱਲ ਕਰੀਏ ਬੈਨੀਫਿਟ ਦੀ ਤਾਂ ਜ਼ੀਰੋ ਟਿਲੇ ਸੋਇੰਗ ਦੇ ਕੀ ਬੈਨੀਫਿਟ ਹੈ। ਸੇਵਿੰਗ ਇਨ ਡੀਜ਼ਲ ਐਂਡ ਟਾਈਮ। ਜੇ ਡੀਜ਼ਲ ਸੇਵ ਹੋਇਆ ਇਹਦਾ ਮਤਲਬ ਲੈਸ ਇਨਵਾਇਰਮੈਂਟਲ ਪੋਲੂਸ਼ਨ। ਸੇਵਿੰਗ ਇਨ ਵਾਟਰ ਡਿਊਰਿੰਗ ਫਸਟ ਇਰੀਗੇਸ਼ਨ ਦੇ ਦੌਰਾਨ ਪਾਣੀ ਸੇਵ ਹੁੰਦਾ ਹੈ। ਲੋਅਰ ਵੀਡਸ ਇਨਫੈਸਟੇਸ਼ਨ ਪਾਰਟੀਕੂਲਰਲੀ ਫਲੈਰਸ ਮਾਈਨਰ। ਜ਼ਿਆਦਾ ਕਰਕੇ ਗੁੱਲੀ ਡੰਡੇ ਦੀ ਜਿਹੜੀ ਇਨਫੈਸਟੇਸ਼ਨ ਹੈ ਉਹ ਘਟ ਜਾਂਦੀ ਹੈ। ਨੋ ਜੈਲਿੰਗ ਆਫ ਲੀਵਸ ਆਫਟਰ ਫਸਟ ਇਰੀਗੇਸ਼ਨ। ਇਨ ਸ਼ੋਰਟ ਟਾਈਮਲੀ ਸੋਇੰਗ ਵੀ ਹੁੰਦੀ ਹੈ। ਇੰਪਰੂਵਡ ਇਨਪੁਟ ਯੂਜ਼ ਐਫੀਸ਼ੀਐਂਸੀ ਐਂਡ ਲੈਸ ਲੋਜਿੰਗ। ਤੇ ਕਣਕ ਘੱਟ ਡਿੱਗਦੀ ਹੈ। ਇੱਕ ਜ਼ੀਰੋ ਟਿਲੇ ਸੋਇੰਗ ਦੇ ਵਿੱਚ ਇੱਕ ਐਡਵਾਈਸ ਜ਼ਰੂਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਆਫਟਰ 3 years of continuous sowing of wheat under zero tille the field should be plowed। ਮਤਲਬ ਕਹਿਣ ਦਾ ਕਿ ਜ਼ੀਰੋ ਟਿਲੇ ਦੇ ਅੰਡਰ ਲਗਾਤਾਰ 3 ਸਾਲ ਵੀਟ ਦੀ ਸੋਇੰਗ ਕਰਨ ਤੋਂ ਬਾਅਦ ਫੀਲਡ ਨੂੰ ਪਲੋ ਜ਼ਰੂਰ ਕਰਨਾ ਚਾਹੀਦਾ ਹੈ ਟੂ ਟੈਕਲ ਦੀ ਪ੍ਰੋਬਲਮ ਆਫ ਪੈਰਨੀਅਲ ਵੀਡਸ ਐਂਡ ਰੋਡੈਂਟਸ। ਉਹਨਾਂ ਦੇ ਕੰਟਰੋਲ ਕਰਨ ਦੇ ਲਈ। ਹੈਪੀ ਸੀਡਰ ਦੀ ਗੱਲ ਕਰੀਏ। ਹੈਪੀ ਸੀਡਰ ਸੋਇੰਗ ਆਫ ਵੀਟ ਇਨ ਕੰਬਾਈਨ ਹਾਰਵੈਸਟਡ ਪੈਡੀ ਫੀਲਡਸ ਵਿਦਆਊਟ ਸਟਰਾ ਬਰਨਿੰਗ ਔਰ ਰਿਮੂਵਲ। ਹੈਪੀ ਸੀਡਰ ਸੋਇੰਗ ਆਫ ਵੀਟ ਇਨ ਕੰਬਾਈਨ ਹਾਰਵੈਸਟਡ ਪੈਡੀ ਫੀਲਡਸ ਵਿਦਆਊਟ ਸਟਰਾ ਬਰਨਿੰਗ ਔਰ ਰਿਮੂਵਲ। ਬਗੈਰ ਸਟਰਾ ਬਰਨਿੰਗ ਔਰ ਰਿਮੂਵਲ ਤੋਂ ਆਪਾਂ ਵੀਟ ਨੂੰ ਸੋ ਕਰਨਾ ਹੈ ਕੰਬਾਈਨ ਹਾਰਵੈਸਟਡ ਫੀਲਡ ਦੇ ਵਿੱਚ। ਇਹਦੇ ਵਿੱਚ ਆਰਡੀਨਰੀ ਹੈਪੀ ਸੀਡਰ ਯੂਜ਼ ਹੁੰਦਾ। ਦ ਲੂਜ਼ ਸਟਰਾ ਸ਼ੁੱਡ ਬੀ ਯੂਨੀਫਾਰਮਲੀ ਸਪਰੈਡ ਇਨ ਦੀ ਫੀਲਡ ਬਿਫੋਰ ਸੋਇੰਗ। ਤੋਂ ਪਹਿਲਾਂ ਜਿਹੜੀ ਲੂਜ਼ ਸਟਰਾ ਹੁੰਦੀ ਹੈ ਉਹਨੂੰ ਯੂਨੀਫਾਰਮਲੀ ਸਪਰੈਡ ਕੀਤਾ ਜਾਂਦਾ ਹੈ। ਆਈਦਰ ਮੈਨੂਅਲੀ ਔਰ ਹਾਰਵੈਸਟ ਪੈਡੀ ਵਿਦ ਕੰਬਾਈਨ ਹਾਰਵੈਸਟਰ ਫਿਟਡ ਵਿਦ PAU ਸਟਰਾ ਮੈਨੇਜਮੈਂਟ ਸਿਸਟਮ। ਗੱਲ ਕਰੀਏ PAU ਹੈਪੀ ਸੀਡਰ ਦੀ। ਇਹਦੇ ਵਿੱਚ ਕੀ ਹੁੰਦਾ, ਦਿਸ ਮਸ਼ੀਨ ਹੈਜ਼ ਬੀਨ ਅਪਗ੍ਰੇਡਡ ਬਾਈ ਅਟੈਚਿੰਗ ਏ ਪ੍ਰੈਸ ਵੀਲ ਅਸੈਂਬਲੀ ਵਿਦ ਨੋਰਮਲ ਹੈਪੀ ਸੀਡਰ। ਇਹਦੇ ਨਾਲ ਪ੍ਰੈਸ ਵੀਲ ਅਸੈਂਬਲੀ ਅਟੈਚ ਕੀਤੀ ਗਈ ਹੈ। ਦਿਸ ਹੈਪੀ ਸੀਡਰ ਯੂਨੀਫਾਰਮਲੀ ਪਲੇਸ ਐਂਡ ਪ੍ਰੈਸ ਦੀ ਚੋਪਡ ਪੈਡੀ ਸਟਰਾ। ਇਹ ਹੈਪੀ ਸੀਡਰ ਕੀ ਕਰਦਾ, ਯੂਨੀਫਾਰਮਲੀ ਪਲੇਸ ਕਰ ਦਿੰਦਾ ਤੇ ਪ੍ਰੈਸ ਕਰਦਾ ਹੈ ਚੋਪਡ ਪੈਡੀ ਸਟਰਾ ਨੂੰ ਇਨ ਇੰਟਰੋ ਏਰੀਆ ਐਜ਼ ਏ ਮਲਚ ਦੇ ਤੌਰ ਤੇ ਉਹਨੂੰ ਇੰਟਰੋ ਦੇ ਵਿੱਚ ਪ੍ਰੈਸ ਕਰ ਦਿੰਦਾ ਹੈ। which facilitate better germination, emergence and vigorous initial crop establishment। ਇਸੇ ਤਰ੍ਹਾਂ ਸੁਪਰ ਸੀਡਰ ਦੀ ਹੈਲਪ ਦੇ ਨਾਲ ਸਟੈਂਡਿੰਗ ਸਟਬਲ ਦੇ ਵਿੱਚ ਹੀ ਵੀਟ ਦੀ ਸੋਇੰਗ ਕੀਤੀ ਜਾਂਦੀ ਹੈ। ਸੋਇੰਗ ਆਫ ਵੀਟ ਇਨ ਸਟੈਂਡਿੰਗ ਰਾਈਸ ਔਰ ਬਾਸਮਤੀ ਰਾਈਸ। ਜੇਕਰ ਆਪਾਂ ਖੜੇ ਝੋਨੇ ਦੇ ਵਿੱਚ ਜਾਂ ਬਾਸਮਤੀ ਰਾਈਸ ਦੇ ਵਿੱਚ ਸੋਇੰਗ ਕਰਨੀ ਹੈ ਵੀਟ ਦੀ, ਉਹ ਕਿਸ ਤਰ੍ਹਾਂ ਹੁੰਦੀ ਹੈ। medium to heavy texture soil which are high in pH and irrigated with a higher residual sodium carbonate water leads to poor infiltration rate। मतलब medium to heavy texture soil ਜਿਹਦੀ ਕਿ pH ਜ਼ਿਆਦਾ ਹੁੰਦੀ ਹੈ ਤੇ irrigated ਕੀਤਾ ਜਾਂਦਾ ਉਹਨੂੰ high residual sodium carbonate water ਦੇ ਨਾਲ, ਉਸ ਦੇ ਨਾਲ ਕੀ ਹੁੰਦਾ infiltration rate ਉਹ ਘਟ ਜਾਂਦੀ ਹੈ। under these condition ਅਜਿਹੀ ਕੰਡੀਸ਼ਨ ਦੇ ਵਿੱਚ harvesting of rice or basmati rice gets delay। ਉਹਨਾਂ ਦੀ ਹਾਰਵੈਸਟਿੰਗ ਹੈ ਜਿਹੜੀ ਬਾਸਮਤੀ ਰਾਈਸ ਜਾਂ ਰਾਈਸ ਦੀ ਉਹ ਡਿਲੇ ਹੋ ਜਾਂਦੀ ਹੈ। ਦਿਸ ਫਰਦਰ ਡਿਲੇ ਦੀ ਸੋਇੰਗ ਆਫ ਸਕਸੀਡਿੰਗ ਵੀਟ ਕ੍ਰੋਪ। ਤੇ ਇਹਦੇ ਨਾਲ ਅੱਗੇ ਜਿਹੜੀ ਆਪਾਂ ਕ੍ਰੋਪ ਵੀਟ ਬੀਜਣੀ ਹੈ ਉਹਦੀ ਵੀ ਸੋਇੰਗ ਵੀ ਡਿਲੇ ਹੋ ਜਾਂਦੀ ਹੈ ਵਿਚ ਡਿਕਰੀਜ਼ਸ ਇਟਸ ਪ੍ਰੋਡਕਟਿਵਿਟੀ। ਜਿਹਦੇ ਨਾਲ ਕੀ ਹੁੰਦਾ ਅਲਟੀਮੇਟਲੀ ਇਹਦੀ ਪ੍ਰੋਡਕਟਿਵਿਟੀ ਡਿਕਰੀਜ਼ ਹੋ ਜਾਂਦੀ ਹੈ। ਡਿਊਰਿੰਗ 10 to 25 ਅਕਤੂਬਰ 10 ਤੋਂ 25 ਅਕਤੂਬਰ ਦੇ ਵਿਚਾਲੇ ਬਰੋਡਕਾਸਟ ਦੀ 55 ਤੋਂ 60 ਕਿਲੋ ਪਰ ਏਕੜ ਸੀਡ ਇਨ ਸਟੈਂਡਿੰਗ ਸਟਬਲ। ਸੋ ਥੈਂਕ ਯੂ ਜੀ ਸਾਰਿਆਂ ਨੂੰ। ਪਲੀਜ਼ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਤਾਂ ਕਿ ਵੱਧ ਤੋਂ ਵੱਧ ਜੋ ਵੀ ਪ੍ਰਪੇਅਰ ਕਰ ਰਹੇ ਆ ਪਟਵਾਰੀ ਦੇ ਲਈ ਉਹਨਾਂ ਲਈ ਇਹ ਲਾਹੇਵੰਦ ਹੋ ਸਕੇ। ਸੋ ਧੰਨਵਾਦ।